ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵਿਚਾਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਖਾਸ ਬਾਣੀ ਜਿਸ ਦਾ ਕੀਰਤਨ ਤਕਰੀਬਨ ਹਰ ਰੋਜ਼ ਗੁਰਦੁਆਰਾ ਸਾਹਿਬਾਨ ਵਿੱਚ ਕੀਤਾ ਜਾਂਦਾ ਹੈ। ਉਹ ਬਾਣੀ ਹੈ ਆਸਾ ਦੀ ਵਾਰ। ਪੰਚਮ ਪਾਤਸ਼ਾਹ ਨੇ ਸਾਡੇ ਉੱਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਜਿਹੜੀ ਬਾਣੀ ਹੁਣ ਤੱਕ ਸਾਡੇ ਪਹਿਲੇ 4 ਸਤਿਗੁਰਾਂ ਨੇ ਇਕੱਠੀ ਕੀਤੀ ਸੀ, ਉਹ ਭਾਵੇਂ ਭੱਟਾਂ ਦੀ ਬਾਣੀ ਸੀ, ਗੁਰਸਿੱਖਾਂ ਦੀ ਬਾਣੀ ਸੀ ਔਰ ਗੁਰੂਆਂ ਦੀ ਬਾਣੀ ਸੀ। ਉਸ ਸਾਰੀ ਬਾਣੀ ਨੂੰ ਤਰਤੀਬ ਦੇ ਕੇ ਸੰਨ 1604 ਈਸਵੀ ਵਿੱਚ ਸੰਪਾਦਿਤ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਬਾਣੀਆਂ ਹਨ। ਪਹਿਲੇ 14 ਪੰਨੇ ਜੋ ਨਿਤਨੇਮ ਦੀਆਂ ਬਾਣੀਆਂ, ਜਪ, ਜਿਸ ਨੂੰ ਜਪਜੀ ਸਾਹਿਬ ਕਹਿੰਦੇ ਆ, ਸੋਦਰ ਤੇ ਸੋ ਪੁਰਖ ਤੇ ਸੋਹਿਲਾ ਦੇ 5 ਸ਼ਬਦ। ਉਸ ਤੋਂ ਇਲਾਵਾ ਬਹੁਤ ਸਾਰੀਆਂ ਬਾਣੀਆਂ ਨੇ। ਆਨੰਦ ਸਾਹਿਬ ਦੀ ਬਾਣੀ ਤੀਸਰੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ, ਸੁਖਮਨੀ ਸਾਹਿਬ ਦੀ ਬਾਣੀ ਪੰਚਮ ਪਾਤਸ਼ਾਹ ਦੀ ਉਚਾਰਨ ਕੀਤੀ ਹੈ। ਇੱਕ ਬਾਣੀ ਖਾਸ ਜਿਸ ਨੂੰ ਪੰਚਮ ਪਾਤਸ਼ਾਹ ਨੇ ਆਪਣੇ ਕਰ ਕਮਲਾਂ ਨਾਲ ਕੰਪਾਈਲ ਕੀਤਾ, ਸੰਪਾਦਿਤ ਕੀਤਾ। ਇਹ ਬਾਣੀ ਹੈ ਆਸਾ ਦੀ ਵਾਰ। ਆਸਾ ਦੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਦੇ ਅੰਕ ਨੰਬਰ 462 ਤੋਂ ਲੈ ਕੇ 475 ਤੱਕ 13 ਪੰਨਿਆਂ ਉੱਤੇ ਅੰਕਿਤ ਹੈ। ਆਸਾ ਦੀ ਵਾਰ ਦਾ ਕੀਰਤਨ ਤਾਂ ਹਰ ਰੋਜ਼ ਗੁਰਦੁਆਰਿਆਂ ਵਿੱਚ ਕੀਤਾ ਜਾਂਦਾ ਹੈ। ਮੈਂ ਤੁਹਾਡੇ ਗਿਆਨ ਲਈ ਦੱਸ ਦੇਵਾਂ ਕਿ ਜਿਹੜੀ ਆਸਾ ਦੀ ਵਾਰ ਦਾ ਕੀਰਤਨ ਅਸੀਂ ਰੋਜ਼ ਕਰਦੇ ਹਾਂ, ਇਹ ਉਹ ਨਹੀਂ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਹੈ। ਸਗੋਂ ਇਸ ਵਿੱਚ ਕੁਝ ਫਰਕ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਆਸਾ ਦੀ ਵਾਰ ਦਾ ਜੋ ਸਰੂਪ ਹੈ, ਉਸ ਵਿੱਚ 24 ਪੌੜੀਆਂ ਹਨ ਅਤੇ 60 ਸ਼ਲੋਕ ਹਨ। ਇਹਨਾਂ 60 ਸ਼ਲੋਕਾਂ ਵਿੱਚੋਂ 46 ਸ਼ਲੋਕ ਜੋ ਹੈ ਉਹ ਗੁਰੂ ਨਾਨਕ ਪਾਤਸ਼ਾਹ ਪਹਿਲੀ ਪਾਤਸ਼ਾਹ ਦੇ ਹਨ ਅਤੇ 14 ਸ਼ਲੋਕ ਗੁਰੂ ਅੰਗਦ ਦੇਵ ਜੀ ਦੂਜੀ ਪਾਤਸ਼ਾਹ ਜੀ ਦੇ ਅੰਕਿਤ ਹਨ। ਪਰ ਔਰ ਜੋ ਪੌੜੀਆਂ ਸਾਰੀਆਂ ਦੀਆਂ ਸਾਰੀਆਂ ਗੁਰੂ ਨਾਨਕ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹੋਈਆਂ। ਪਰ ਜਿਸ ਆਸਾ ਦੀ ਵਾਰ ਦਾ ਅਸੀਂ ਰੋਜ਼ ਕੀਰਤਨ ਕਰਦੇ ਹਾਂ, ਉਹਦੇ ਵਿੱਚ 6 ਸ਼ਬਦ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ, ਜਿਹਦੇ 448 ਤੋਂ 451 ਅੰਕ ਤੱਕ ਲਿਖੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਵਿੱਚ। 6 ਸ਼ਬਦ ਕੱਢ ਕੇ ਉਹਨਾਂ ਦੇ ਹਰ ਸ਼ਬਦ ਦੇ 4 ਹਿੱਸੇ ਬਣਾ ਕੇ ਔਰ ਆਸਾ ਦੀ ਵਾਰ ਦੇ ਉੱਤੇ ਜੋੜ ਦਿੱਤੇ ਗਏ ਹਨ। ਇਹ ਪਤਾ ਨਹੀਂ ਕਿਸ ਦੀ ਬੁੱਧੀ ਨੇ ਇਹ ਕੰਮ ਕੀਤਾ। ਮੈਨੂੰ ਲੱਗਦਾ ਜਿਸ ਨੇ ਵੀ ਇਹ ਕਾਰਜ ਕੀਤਾ ਉਸ ਦੇ ਮਨ ਵਿੱਚ ਕੋਈ ਵਹਿਮ ਹੋਏਗਾ, ਕੋਈ ਫਰਕ ਹੋਏਗਾ। ਉਹ ਇਹ ਸੋਚਦਾ ਹੋਏਗਾ ਕਿ ਪੰਚਮ ਪਾਤਸ਼ਾਹ ਜੀ ਕੁਝ ਭੁੱਲ ਗਏ। ਉਹਨਾਂ ਨੇ ਪਹਿਲੀ ਪਾਤਸ਼ਾਹੀ ਤੇ ਦੂਸਰੀ ਪਾਤਸ਼ਾਹੀ ਦੀ ਬਾਣੀ ਤਾਂ ਮਿਲਾ ਕੇ ਸੰਪਾਦਿਤ ਕਰ ਦਿੱਤੀ, ਪਰ ਆਹ ਜ਼ਰੂਰੀ ਕੰਮ ਪੰਚਮ ਪਾਤਸ਼ਾਹ ਅਣਗਹਿਲੀ ਵਸ ਰਹਿ ਗਿਆ, ਜੋ ਕਿ ਪੂਰੀ ਤਰ੍ਹਾਂ ਅਸੀਂ ਆਪਣੇ ਸਤਿਗੁਰ ਦੀ ਨਿੰਦਿਆ ਦੇ ਤੁਲ ਹੈ। ਮੈਂ ਵੱਡੇ ਵੱਡੇ ਵਿਦਵਾਨਾਂ ਨੂੰ ਇਹਦੇ ਬਾਰੇ ਚਿੱਠੀ ਪੱਤਰ ਵੀ ਲਿਖਿਆ ਕਿ ਕੀ ਕਾਰਨ ਹੈ। ਪੰਚਮ ਪਾਤਸ਼ਾਹ ਨੇ ਆਸਾ ਦੀ ਵਾਰ ਬਣਾਈ ਸੀ ਸਾਡੇ ਗਿਆਨ 'ਚ ਵਾਧਾ ਕਰਨ ਲਈ। ਇਹਦੇ ਵਿੱਚ ਹੋਰ ਬਾਣੀ ਕਿਉਂ ਦਰਜ ਕੀਤੀ ਗਈ?
किसने कीती, किहड़ी अथॉरिटी नाल कीती, पर मैनू किसी पासियों कोई जवाब नहीं आया। खैर अज असीं इस विषय नूं पूरा इस पासे ध्यान नहीं देवांगे, पर तुहाडे ज्ञान खातर कि जिहड़ी आसा दी वार असीं पढ़दे हां वो पूर्ण रूप विच वो नहीं है जो पंचम पातशाह ने संपादित कीती सी। आओ असीं हुण आसा दी वार उस दी विचार करते हैं कि आसा दी वार शुरू हुंदी है पहला पूरा मूल मंत्र जो मुढ़ला उपदेश गुरु जी का एकम कर तो लैके गुरप्रसाद तक लिखिया हुआ है। अगे हदायत है कि इसनूं गाउणा किवें, पढ़ना किवें। टुंडा असराजा कोई होया उस दी धुनी बड़ी प्रचलित सी। पंचम पातशाह ने हदायत की है कि इसनूं टुंडे असराजे की धुनी उत्ते गाउणा। जो पहला शब्द आसा दी वार विच है वो है पहली पातशाही गुरु नानक पातशाह जी का उचारण किया होया। श्लोक महला पहला। बलिहारी गुर अपने देवहाड़ी सदवार, जिन मानस ते देवते किए करत ना लागी वार। हुण जदों इस दे अर्थ समझने आ, किसी मकान नूं बनाउणा होवे उसकी नींव रखण लग्या सब तो ज़्यादा ध्यान देण दी लोड़ हुंदी है। जदों फाउंडेशन उहदी नींव धरनी है उदों बहुत ध्यान देण दी जरूरत है। इवें जदों किसी बाणी दी असीं बाणी दे अर्थ करने आ, उसनूं समझण दी कोशिश करने आ, तां पहले स्टैप तो सानू ध्यान नाल चलना पैना। पहला शब्द है बलिहारी। मैं बलिहार जांदा, करवान जांदा गुर अपने। इहदे जिहड़े अर्थ हुण तक संगतां दे सामने तुहानू करके सुनाए होणगे, साडे विद्वानां ने, साडे कथावाचकां ने, साडे प्रचारकां ने, वो अर्थ यही होणगे कि मैं अपने गुरु तो बलिहार जाना, दिवहाड़ी सद वार, दिन दे विच 100 वारी। जिन मानस ते देवते किए करत न लागी वार। जिस गुरु ने मानस तो मनुखों तो देवते बनाते उसनूं ये करदियां कुछ समा नहीं लगा। ये अर्थ तुहानू सारिआं नूं पता होगा। ये अर्थ सारिआं नूं इस तरह ही समझाए गए हैं, पर जे मैनू पुछो तो मेरे अनुसार जो मेरी समझ विच आया ये अर्थ सही नहीं हैं। ये अर्थ गलत हैं। तुसी कहोगे जे अर्थ गलत हैं तो सही अर्थ की हैं, वो दस्या जाए। हुण असीं ध्यान केंद्रित कित्थे करना। बलिहारी गुर अपने, गुर दा असीं बना लेने आ गुरु। पर जे इनू इस तरह मन्नांगे बलिहारी अपने गुरु तो बलिहार जाने आ, ते ये बाणी गुरु नानक पातशाह दी है, पहली पातशाह दी। जे सिख ने बलिहार जाना होवे असीं कह सकते हैं असीं गुरु नानक पातशाह तो बलिहार जाने आ, गुरु अंगद तो, गुरु अमरदास तो, गुरु गोबिंद सिंह जी तो, गुरु ग्रंथ साहब जी तो। पर जदों ये बाणी का उचारण होया उदों ना तां गुरु नानक पातशाह तो अलावा होर कोई गुरु सी, ना ही गुरु ग्रंथ साहब जी सन। फिर सोचना बनता है कि की गुरु नानक पातशाह अपने आप तो बलिहार जा रहे हैं कि मैं गुरु नानक अपने आप तो बलिहार जाना, करवान जाना, जां गुरु नानक पातशाह का कोई गुरु सी जिस तो वो करवान जाते। असल विच असीं सिखां ने जां जग्यासू ने हर गल नूं फिजिकल लै लिया। फिजिकल जिवें असीं हाँ इवें गुरु, इवें रब, इवें सब कुछ। असीं हर चीज़ नूं
ਆਪਣੇ ਤਰ੍ਹਾਂ ਨਾਲ ਸੋਚ ਲਿਆ। ਹੁਣ ਸਾਡੇ ਜਿਹੜੇ ਵਿਦਵਾਨ ਨੇ ਉਹਨਾਂ ਦਾ ਕੰਮ ਤਾਂ ਇਹ ਸੀ ਸਾਨੂੰ ਗਿਆਨ ਬਖਸ਼ਿਸ਼ ਕਰਨਾ, ਉਹਨਾਂ ਦਾ ਕੰਮ ਤਾਂ ਇਹ ਸੀ ਕਿ ਸਾਨੂੰ ਸੱਚ ਨਾਲ ਜੋੜਨਾ। ਪਰ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਗੁਰੂ ਨਾਨਕ ਦੇ ਗੁਰੂ ਲੱਭਣੇ ਸ਼ੁਰੂ ਕੀਤੇ। ਕਿਸੇ ਗਰੁੱਪ ਨੇ ਗੁਰੂ ਨਾਨਕ ਦਾ ਗੁਰੂ ਲੱਭ ਲਿਆ, ਕਹਿੰਦੇ ਉਹਨਾਂ ਦਾ ਗੁਰੂ ਭਗਤ ਰਵਿਦਾਸ ਸੀ। ਕਿਉਂ? ਕਿਉਂਕਿ ਭਗਤ ਰਵਿਦਾਸ ਦਾ ਜਨਮ 1377 ਈਸਵੀ ਦਾ ਹੋਇਆ ਦੱਸਿਆ ਜਾਂਦਾ ਹੈ। 1377। ਗੁਰੂ ਨਾਨਕ ਪਾਤਸ਼ਾਹ ਦਾ ਜਨਮ 1469। ਭਾਵ ਭਗਤ ਰਵਿਦਾਸ ਗੁਰੂ ਨਾਨਕ ਪਾਤਸ਼ਾਹ ਤੋਂ 8 ਸਾਲ ਘੱਟ 92 ਸਾਲ ਵੱਡੇ ਸਨ। ਸੇ ਉਹਨਾਂ ਨੇ ਸੌਖਾ ਕੰਮ ਲੱਭਿਆ ਕਿ ਫਿਜ਼ੀਕਲ ਸਰੀਰਕ ਗੁਰੂ ਜ਼ਰੂਰੀ ਹੈ, ਅਤੇ ਭਗਤ ਰਵਿਦਾਸ ਉਹਨਾਂ ਦਾ ਗੁਰੂ ਬਣਾਤਾ। ਦੂਜੇ ਕੁਛ ਨੂੰ ਸ਼ੱਕ ਪਿਆ ਵੀ ਯਾਰ ਇੰਨੀ ਲੰਮੀ ਉਮਰ ਨਹੀਂ ਹੋ ਸਕਦੀ 92 ਸਾਲ। ਪਰ ਆ ਜੋ ਅਸੀਂ ਅੱਜ ਕੱਲ੍ਹ ਪੜ੍ਹਦੇ ਹਾਂ ਉਹਦੇ ਵਿੱਚ ਤਾਂ ਭਗਤ ਰਵਿਦਾਸ ਦੀ ਉਮਰ 151 ਸਾਲ ਲਿਖੀ ਹੋਈ ਹੈ। ਜਨਮ ਉਹਨਾਂ ਦਾ 77 ਵਿੱਚ ਹੁੰਦਾ, 1377 ਨੂੰ, ਤਾਂ ਉਹਨਾਂ ਦੀ ਜਿਹੜੀ ਮੌਤ ਹੈ ਉਹ 1528 ਈਸਵੀ, ਭਾਵ 151 ਸਾਲ ਉਮਰ ਉਹਨਾਂ ਦੀ ਲਿਖੀ ਹੈ। ਖੈਰ ਇਹ ਅਲੱਗ ਖੋਜ ਦਾ ਵਿਸ਼ਾ। ਔਰ ਜਿਹਨਾਂ ਨੂੰ ਸ਼ੱਕ ਪਿਆ ਵੀ ਇੰਨੀ ਲੰਮੀ ਉਮਰ, ਉਹਨਾਂ ਨੇ ਲੱਭਿਆ ਕਿ ਭਗਤ ਰਵਿਦਾਸ ਭਗਤ ਕਬੀਰ ਜੀ ਗੁਰੂ ਨਾਨਕ ਪਾਤਸ਼ਾਹ ਦੇ ਗੁਰੂ। ਭਗਤ ਕਬੀਰ ਜੀ ਦਾ ਜਨਮ ਹੁੰਦਾ ਸਨ 1398 ਨੂੰ, ਅਤੇ ਉਹਨਾਂ ਦੀ ਮੌਤ ਹੁੰਦੀ ਹੈ ਸਨ 1398 ਨੂੰ, ਸਨ 1518 ਨੂੰ, ਭਾਵ 120 ਸਾਲ ਦੀ ਉਮਰ ਭਗਤ ਕਬੀਰ ਜੀ ਦੀ ਵੀ ਉਹਨਾਂ ਨੇ ਮਿਥ ਲਈ। ਪਰ ਫਿਰ ਕੁਛ ਹੋਰ ਆਏ, ਉਹਨਾਂ ਨੂੰ ਲੱਗਾ ਕਿ 120 ਸਾਲ ਦੀ ਉਮਰ ਵੀ ਕੁਝ ਜ਼ਿਆਦਾ ਹੀ ਹੈ, ਸ਼ੱਕ ਕਰਨਗੇ ਲੋਕੀ। ਉਹਨਾਂ ਨੇ ਇੱਕ ਨਵੀਂ ਕਾਢ ਕੱਢ ਮਾਰੀ ਕਿ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਸੰਤ ਰੇਣ ਸੀ। ਸੰਤ ਰੇਣ ਕੌਣ? ਉਹ ਭੇਖੀ, ਉਹ ਪਖੰਡੀ ਲੋਕ ਜਿਹੜੇ ਧਰਮ ਦੇ ਨਾਂ 'ਤੇ, ਜਿਹੜੇ ਰੱਬ ਨੂੰ ਪਾਉਣ ਦੇ ਨਾਂ 'ਤੇ ਵਿਹਲੇ ਹੋ ਕੇ, ਵਿਹਲੜ ਬਣ ਕੇ, ਮਨਖੱਟੂ ਹੋ ਕੇ ਜੰਗਲ ਵਿੱਚ ਤਪ ਕਰ ਰਹੇ ਸੀ, ਭਗਤੀ ਕਰ ਰਹੇ ਸੀ। ਕਿਉਂਕਿ ਸਾਡੇ ਗ੍ਰੰਥਕਾਰਾਂ ਨੇ ਜਿਨ੍ਹਾਂ ਨੇ ਸਿੱਖੀ ਨੂੰ ਖਤਮ ਕਰਨਾ ਸੀ, ਕਿਉਂਕਿ ਸਿੱਖੀ ਵਿੱਚ ਤਪ ਕਰਨ ਦੀ ਮਨਾਹੀ ਹੈ, ਅਤੇ ਇਹਨਾਂ ਨੇ ਸ਼ੈਤਾਨੀ ਨਾਲ ਸਾਡੇ ਗੁਰੂ ਨਾਨਕ ਨੂੰ ਪਹਿਲਾਂ ਤਾਂ ਉਹਨਾਂ ਨੂੰ ਲੰਗਰ ਛਕਾਉਂਦਿਆਂ 20 ਰੁਪਈਆਂ ਦਾ ਦੱਸ ਦਿੱਤਾ, ਅਤੇ ਉਸ ਤੋਂ ਬਾਅਦ ਦੇ ਵਿੱਚ ਉਸੇ ਸੰਤ ਰੇਣ ਨੂੰ, ਉਹਨਾਂ ਦੇ ਮੁਖੀ ਨੂੰ, ਜਿਹੜਾ ਉਹਨਾਂ ਦਾ ਆਗੂ ਸੀ, ਉਹ ਜਿਹੜੇ ਤਪ ਕਰ ਰਹੇ ਸੀ, ਜਿਨ੍ਹਾਂ ਨੂੰ ਲੰਗਰ ਛਕਾਇਆ ਦੱਸਦੇ ਨੇ, ਉਹਨਾਂ ਦੇ ਆਗੂ ਨੇ ਗੁਰੂ ਨਾਨਕ ਦਾ ਗੁਰੂ ਬਣਾਤਾ। ਪਰ ਇੱਕ ਗੱਲ ਮੈਂ ਇੱਥੇ ਕਰ ਦੇਵਾਂ, ਸਾਨੂੰ ਅਟਕਲ ਚੱਪੂ ਤਾਂ ਲਾਉਣੇ ਬਣਦੇ ਆ ਜੇ ਕੋਈ ਸਾਡੇ ਕੋਲ ਲਿਖਤ ਮੌਜੂਦ ਨਾ ਹੋਵੇ। ਛੋਟੀ ਜਿਹੀ ਕਹਾਣੀ, ਬੱਚੇ ਪੜ੍ਹੇ ਲਿਖ ਕੇ ਬਾਹਰ ਸ਼ਹਿਰਾਂ 'ਚ ਨੌਕਰੀ ਕਰਦੇ ਸਨ, ਬਜ਼ੁਰਗ ਪਿੰਡ ਵਿੱਚ ਸਨ। ਇੱਕ ਵਾਰ ਬੱਚੇ ਵਾਰੀ ਜਾਂਦੇ ਸਨ, ਬਜ਼ੁਰਗਾਂ ਦੀ ਸੇਵਾ ਕਰਦੇ ਸਨ। ਕਈ ਵਾਰ ਬਜ਼ੁਰਗ ਨਾਲ ਆ ਜਾਂਦੇ ਸਨ। ਇੱਕ ਵਾਰ ਬਜ਼ੁਰਗ ਕਹਿਣ ਲੱਗੇ ਕਿ ਪੁੱਤਰ ਧੀਏ, ਮੇਰਾ ਪਤਾ ਨਹੀਂ ਹੁਣ ਮੈਂ ਕਦੋਂ ਮੇਰਾ ਸਮਾਂ ਪੁੱਗ ਜਾਣਾ, ਚਲੇ ਜਾਣਾ, ਤੁਹਾਡੇ ਨਾਂ 'ਤੇ ਵਸੀਅਤ ਕਰ ਦਿੱਤੀ ਹੈ। ਆਹ ਮੇਰੀ ਵਸੀਅਤ ਹੈ ਕਿ ਇੱਦਾਂ ਤੁਸੀਂ ਆਪਣੀ ਜ਼ਮੀਨ ਵੰਡਣੀ ਹੈ, ਇੱਦਾਂ ਘਰ ਵੰਡਣਾ। ਮੈਂ ਸਾਰਾ ਕੁਝ ਲਿਖ ਦਿੱਤਾ। ਉਸ ਬਜ਼ੁਰਗ ਨੇ ਇੱਕ ਹੋਰ ਖਾਸ ਗੱਲ ਲਿਖੀ ਕਿ ਮੇਰੇ ਮਰਨ ਤੋਂ ਉਪਰੰਤ ਤੁਸੀਂ ਕੋਈ ਕਰਮ ਕਾਂਡ ਨਹੀਂ ਜੇ ਕਰਨਾ, ਤੁਸੀਂ ਪਖੰਡ ਨਹੀਂ ਕਰਨਾ, ਤੁਸੀਂ ਲੋਕ ਦਿਖਾਵਾ ਨਹੀਂ ਕਰਨਾ, ਤੁਸੀਂ ਮੇਰੇ ਸਰੀਰ ਨੂੰ ਜਲਾ ਦੇਣਾ। ਜੇ ਜਲਾਉਣ ਦਾ ਸਾਧਨ ਨਾ ਹੋਵੇ ਦਬਾ ਦੇਣਾ, ਜੇ ਉਹ ਨਾ ਹੋਵੇ, ਜੋ ਵੀ ਯੋਗ ਤਰੀਕਾ ਤੁਹਾਨੂੰ ਲੱਭੇ ਉਸ ਨਾਲ ਮੇਰੇ ਸਰੀਰ ਦਾ ਅੰਤਮ ਵਿਲਾ ਕਰ ਦੇਣਾ। ਅਗਰ ਜਲਾਓਗੇ ਤਾਂ ਉਸ ਦੀ ਜਿਹੜੀ ਸੁਆਹ ਬਚੇਗੀ, ਜਿਹਨੂੰ ਅਸਤ ਕਹਿੰਦੇ ਆ, ਹੱਡੀਆਂ ਬਚਣਗੀਆਂ, ਉਹਨਾਂ ਨੂੰ ਤੁਸੀਂ ਨਾ ਤਾਂ ਹਰਿਦੁਆਰ ਲੈ ਕੇ ਜਾਣਾ, ਨਾ ਪਤਾਲਪੁਰੀ ਲੈ ਕੇ ਜਾਣਾ, ਨਾ ਭੇਵੇ ਲੈ ਕੇ ਜਾਣਾ। ਉਹਨਾਂ ਨੂੰ ਆਪਣੇ ਖੇਤ ਵਿੱਚ ਇੱਕ ਯੋਗ ਜਗ੍ਹਾ 'ਤੇ ਟੋਆ ਕੱਢ ਕੇ ਦੱਬ ਦੇਣਾ, ਅਤੇ ਉੱਥੇ ਕੋਈ ਮੇਰੇ ਨਾਂ ਦਾ ਦਰਖਤ ਲਾ ਦੇਣਾ, ਫਲਦਾਰ ਬੂਟਾ, ਕੋਈ ਸ਼ਾਨਦਾਰ ਬੂਟਾ ਲਾ ਦੇਣਾ, ਤਾਂ ਕਿ ਤੁਹਾਡੇ ਮਨਾਂ ਵਿੱਚ ਮੇਰੀ ਯਾਦ ਬਣੀ ਰਹੇ। ਇਹ ਮੇਰੀ ਅੰਤਮ ਇੱਛਾ ਹੈ। ਬਾਕੀ
रही गल तुसीं कोई खास खर्च नहीं करना, अडंबर नहीं करना, मैनू वड्डा नहीं करना, ना ही होर कोई ज़्यादा खर्च करना। मेरे मर तो उपरंत जिहड़ा दिन तुहानूं चंगा लगे 8 दिन बाद, 10 दिन बाद, 15 दिन बाद ਜਾਂ 4 दिन बाद, उस दिन सारे सज्जना मित्रां नूं, सारे रिश्तेदारां नूं दस देना, सारे इक्को दिन आउणगे, उन्हां नूं सादा जिहा रोटी फुलका, दाल फुलका छका देना, ज़्यादा अडंबर नहीं करना। समा पा के वो बजुर्ग चढ़ाई कर गए तो सारे ਧੀਆਂ पुत ਜਿਹੜੇ बाहर दूर नेड़े गए हुए सन आ गए। आके उन्होंने अपने पिता की इच्छा अनुसार सारा कारज किया। पर आंढी गुआढ़ी ਜਿਹੜੇ ਆ, ਜਿਹੜੇ घर ਨੂੰ ਅੱਗ ਲਾ के तमाशा देखण वाले सी, वो कहण लगे भाई तुसीं तां बाहर रहिंदे सी, तुहाडे बजुर्ग इंज क्या करदे सी कि भाई मेरे मन तो उपरंत बच्चों नूं दसना, कोई एडा वड्डा लंगर करना, एडा वड्डा इकट्ठ करना, तां कि पिंड विच की इलाके जिले की गल नहीं, पूरे पंजाब विच इहो जिहा इकट्ठ ना होया। पर क्योंकि उन्हां बच्चों कोल अपने बाप की लिखत मौजूद सी, वो कहण लगे बाबा जी, चाचा जी, ताया जी, असीं वो कुछ करना जो साडे पिता जी कह गए सन। इस करके जो वड्डा तुसीं करना वो तुसीं आज़ाद हो, तुहाडे भी वो कुछ लगदे सन, तुसीं कर लो। वो कहंदे नहीं जी, तुसीं तां बाहर रहिंदे सो, तुहानूं नहीं पता वो सानूं क्या करदे सी, उन्हां दी अंतम इच्छा पूरी करो। बच्चे कहण लगे सानूं मूर्ख ना बनाओ, बुद्धू ना बनाओ, साडे पिता जी सानूं लिख के दे गए सी कि उन्हां दे मरण तो बाद की कुछ करना, साडे कोल वसीयत है। ये कहानी सुनाउण दा मतलब की है? सानूं होर ग्रंथां वाले की दसदे ने, की कहिंदे ने कि गुरु नानक दा गुरु कौन सी कौन नहीं सी, सानूं इहदे नाल कोई मतलब नहीं। जे असीं थोड़े जे सियाणे बन के असीं गुरु नानक पातशाह तो पुछ लईए कि तुहाडा गुरु कौन सी, असीं जाणदे हां। अगर गुरु नानक पातशाह ने ये लिख के दे दिता कि उन्हां दा गुरु कौन सी, फिर सानूं भुलेखा काहदा? जदों सानूं गुरु नानक दे गुरु दे बारे स्पष्टता हो जाएगी तां फिर बलिहारी गुर अपने ये सानूं शब्द तद समझ आउणा है। उदों तक यह सानूं पहली लाइन समझ नहीं आउणी। असीं आसा दी वार रोज़ पढ़ते हैं, पर हुण तां आसा दी वार पढ़नी भी छड्ड दित्ती। जिवें हवा दे बुल्ले आउंदे असीं बदल जाने आ। ये सानूं बलिहारी गुर अपने दा समझ तद आउणा जदों असीं गुरु नानक पातशाह दी बाणी विचों गुरु नानक पातशाह दे गुरु नूं लभांगे। इहदे बारे मैं दस देवां, असीं सारे जाणदे हां। गुरु नानक पातशाह प्रचार फेरियां ते गए, सिद्ध जिहड़े अपने आप नूं बहुत पुज्जे होए जोगी समझदे सन, जिहड़े रब दे नेड़े अपने आप नूं समझदे सन, बहुत तप साधदे सन, सिद्धां नूं गुरु नानक पातशाह पहली कई बार मिले। एक बार गोरख मता, जिन्हों अजकल नानक मता कहने आ। दूजी बार गुरु जी मिले सुमेर पर्वत ते। जदों सुमेर पर्वत ते मिले, गुरु नानक पातशाह वाले नौजवान सन। सिद्धा ने सोचिया यार इहो जिहा उद्यमी बंदा जे किते साडे पंथ विच, उन्हां दा आई पंथ सी, सिद्धां दे भी कई पंथ ने, जोगियां दे बहुत पंथ ने, खैर आई पंथ विच आ जावे, कमाल हो जाए, कमाल हो जाए, साडा धर्म बहुत दूर तक फैलेगा। यह बड़ा उद्यमी बंदा दूर दूर तक साडे धर्म का प्रचार करेगा। उन्हें बड़ी वाह लाई। ए मैं गल क्यों कर रहा, ए सिद्धां दे टाइम नहीं सी, ये गल अज भी साडे समाज विच इस दी जड़ उवें लगी हुई है। एयरफोर्स दे विच कोई बदली ते आ जाए, अमृतधारी पंज ककारी बंदा होवे तां उसनूं सारे अमृतधारी पुछदे ने कित्थों आया, अमृत कित्थों छकिया, किहड़े जथे दा। जे तां उसने अमृत साडे जथे दा छकिया होवे, फिर तां हफ्ता पर असीं लंगर पानी छकाउणा है, फिर तां उहदा समान भी असीं, उहदा घर भी आप लभना, समान भी आप उतारना। जे पता लग जाए
ਇਹ ਤਾਂ ਕਿਸੇ ਹੋਰ ਜਥੇ ਦਾ। ਫਿਰ ਮੁੜ ਕੇ ਉਹਨਾਂ ਦੁਆ ਸਲਾਮ ਵੀ ਨਹੀਂ ਕਰਨੇ, ਉਹਨੂੰ ਬੁਲਾਉਣਾ ਨਹੀਂ। ਭਾਵ ਜਾਤ ਪਾਤ ਤੋਂ, ਛੂਆ ਛਾਤ ਤੋਂ ਸਾਨੂੰ ਸਾਡੇ ਸਤਿਗੁਰੂ ਕੱਢ ਕੇ ਗਏ ਸੀ। ਅਸੀਂ ਬੰਦੀਆਂ ਵਿੱਚ, ਜਥੇਬੰਦੀਆਂ ਵਿੱਚ ਵੰਡੇ ਹੋਏ, ਇੰਨੇ ਜ਼ਿਆਦਾ ਵੰਡੇ ਹੋਏ ਹਾਂ ਕਿ ਅਸੀਂ ਇੱਕ ਦੂਜੇ ਨੂੰ ਪਿਆਰ ਤਾਂ ਕੀ ਕਰਨਾ, ਸਗੋਂ ਨਫ਼ਰਤ ਕਰਦੇ ਹਾਂ। ਖੈਰ, ਸਾਡੀ ਗੱਲ ਚੱਲ ਰਹੀ ਸੀ ਕਿ ਜਿਹੜੀ ਸਿੱਧਾਂ ਨੇ ਇਹਨਾਂ ਨੂੰ ਆਪਣੇ ਨਾਲ ਰਲਾਉਣਾ ਚਾਹਿਆ। ਆਖਰੀ ਗੋਸ਼ਟ ਉਹਨਾਂ ਦੀ ਹੋਈ ਅਚਲ, ਜੋ ਬਟਾਲੇ ਦੇ ਨੇੜੇ ਇੱਕ ਜਗ੍ਹਾ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ ਦੇ ਵਿੱਚ। ਉਦੋਂ ਗੁਰੂ ਨਾਨਕ ਪਾਤਸ਼ਾਹ ਆਪਣੇ ਆਖਰੀ ਸਮੇਂ 'ਤੇ ਕਰਤਾਰਪੁਰ ਸਾਹਿਬ ਵਿਖੇ ਆਏ ਰਹਿੰਦੇ ਸਨ, ਅਤੇ ਉਹ ਵੀ ਗੁਰਦਾਸਪੁਰ ਜ਼ਿਲ੍ਹੇ 'ਚ ਸੀ ਅਤੇ ਨੇੜੇ ਸੀ। ਉੱਥੋਂ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਸਿੱਧਾਂ ਕੋਲ ਇੱਥੇ ਆਖਰੀ ਉਹਨਾਂ ਦੀ ਜੋ ਵਿਚਾਰ ਵਟਾਂਦਰਾ ਹੋਇਆ, ਉਹ ਅਚਲ ਬਟਾਲੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੋਇਆ। ਇੱਥੇ ਬਹੁਤ ਸਾਰੇ ਸਵਾਲ ਜਵਾਬ ਹੈ। ਜਦੋਂ ਸਾਰੇ ਗੱਲਾਂ 'ਚ ਸਿੱਧ ਨਿਰਉੱਤਰ ਹੋ ਗਏ, ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ, ਉਹਨਾਂ ਨੇ ਫਿਰ ਅਖੀਰੀ ਹਥਿਆਰ ਵਰਤਿਆ ਗੁਰੂ ਨਾਨਕ ਪਾਤਸ਼ਾਹ ਦੇ। ਲੈ ਵੀ ਹੁਣ ਇਹ ਗੱਲ ਹੈ, ਇਹਨੂੰ ਪੁੱਛਦੇ ਤੇਰਾ ਗੁਰੂ ਕੌਣ ਹੈ। ਅਤੇ ਗੁਰੂ ਸਿੱਧਾਂ ਦੀ ਉਮਰਾਂ ਬਹੁਤ ਲੰਮੀਆਂ ਸੀ। ਉਹਨਾਂ ਨੇ ਉਹ ਸੋਚਦੇ ਸੀ ਕਿ ਕਿਸੇ ਗੁਰੂ ਦਾ ਨਾਂ ਲਊ, ਫਿਰ ਅਸੀਂ ਗੁਰੂ ਨੂੰ ਢਾਹ ਲੈਣਾ, ਦੱਸਣਾ ਵੀ ਉਹ ਤਾਂ ਗੁਰੂ ਸਾਡੇ ਕੋਲ ਸਿੱਖਿਆ ਲੈਂਦਾ ਰਿਹਾ, ਉਹ ਤਾਂ ਸਾਡੇ ਤੋਂ ਗਿਆਨ ਲੈਂਦਾ। ਵੀ ਜੇ ਗੁਰੂ ਨੂੰ ਆਪਣੇ ਕਾਬੂ ਕਰ ਲਿਆ, ਗੁਰੂ ਨਾਨਕ ਆਪੇ ਹੋ ਜਾਊ। ਉਹ ਜਿਹੜਾ ਸਵਾਲ ਜਵਾਬ ਹੈ, ਉਹ ਅਸੀਂ ਇੱਥੇ ਪੜ੍ਹਦੇ ਹਾਂ। ਕਵਣ ਮੂਲ ਕਵਣ ਮਤ ਵੇਲਾ, ਕਵਣ ਮੂਲ ਕਵਣ ਮਤ ਵੇਲਾ। ਇਹ ਜੀਵਨ ਦਾ ਮਨੋਰਥ ਗੁਰੂ ਨਾਨਕ ਪਾਤਸ਼ਾਹ ਤੋਂ ਪੁੱਛਦੇ ਨੇ। ਔਰ ਕਿਹੜਾ ਟਾਈਮ ਇਹ ਜੀਵਨ ਦੇ ਮਨੋਰਥ 'ਤੇ ਕਿਹੜੀ ਸਿੱਖਿਆ ਲੈਣ ਦਾ ਮੌਕਾ ਹੈ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਤੇਰਾ ਗੁਰੂ ਕੌਣ ਹੈ, ਤੂੰ ਕਿਸ ਦਾ ਚੇਲਾ। ਅਸੀਂ ਪੂਰੇ ਸ਼ਬਦ ਦੀ ਵਿਚਾਰ ਨਹੀਂ ਕਰਾਂਗੇ, ਅਸੀਂ ਸਿਰਫ ਇਸ ਸਵਾਲ ਔਰ ਇਸ ਦਾ ਉੱਤਰ, ਕਿਉਂਕਿ ਪੂਰਾ ਕਰਾਂਗੇ ਤਾਂ ਵਿਸ਼ਾਲ ਟਾਈਮ ਬਹੁਤ ਹੋ ਜਾਂਦਾ। ਸੋ ਉਹਨੇ ਕਿਹਾ ਵੀ ਸਾਡੀ ਇਸ ਗੱਲ ਦਾ ਜਵਾਬ ਦੇ, ਤੇਰਾ ਗੁਰੂ ਕੌਣ ਹੈ ਅਤੇ ਤੇਰਾ ਚੇਲਾ, ਤੂੰ ਕਿਸ ਦਾ ਚੇਲਾ। ਔਰ ਗੁਰੂ ਨਾਨਕ ਸਾਹਿਬ ਉਹਦਾ ਜਵਾਬ ਦਿੰਦੇ ਨੇ, ਸ਼ਬਦ ਗੁਰੂ, ਮੇਰਾ ਗੁਰੂ ਸ਼ਬਦ ਹੈ। ਸ਼ਬਦ ਮਤਲਬ ਗਿਆਨ ਹੈ, ਕੋਈ ਬੰਦਾ ਨਹੀਂ। ਨਾ ਭਗਤ ਕਬੀਰ ਜੀ ਗੁਰੂ ਨਾਨਕ ਦੇ ਗੁਰੂ ਸਨ, ਨਾ ਭਗਤ ਰਵਿਦਾਸ ਜੀ ਗੁਰੂ ਨਾਨਕ ਦੇ ਗੁਰੂ ਸਨ, ਨਾ ਹੀ ਉਹ ਜਿਹੜਾ ਤਪ ਕਰਦਾ ਸੀ, ਨਾ ਹੀ ਉਹ ਗੁਰੂ ਸੀ ਗੁਰੂ ਨਾਨਕ ਦਾ। ਤੇ ਗੁਰੂ ਨਾਨਕ ਦਾ ਕੌਣ ਸੀ? ਗੁਰੂ ਨਾਨਕ ਜਿਸ ਨੂੰ ਆਪਣੀ ਬਾਣੀ ਵਿੱਚ ਲਿਖ ਕੇ, ਜਦੋਂ ਸਿੱਖਾਂ ਨੇ ਇਸ ਗੱਲ ਨੂੰ ਸਮਝ ਲਿਆ, ਉਸ ਦਿਨ ਤੋਂ ਬਾਅਦ ਸਿੱਖਾਂ ਦਾ, ਸਿੱਖੀ ਦਾ ਮਾਰਗ ਸ਼ੁਰੂ ਹੋ ਜਾਣਾ। ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਨਾਲ ਇੱਕ ਹੋਰ ਜੁਗਤੀ ਗੁਰੂ ਨਾਨਕ ਪਾਤਸ਼ਾਹ ਨੇ ਦੱਸੀ, ਗਿਆਨ ਮੇਰਾ ਗੁਰੂ ਹੈ, ਸ਼ਬਦ ਗਿਆਨ, ਔਰ ਮੇਰਾ ਸਰੀਰ ਉਹਦਾ ਗੁਰੂ ਨਹੀਂ, ਮੇਰੀ ਸੁਰਤ। ਸ਼ਬਦ ਨੇ, ਗਿਆਨ ਨੇ ਸੁਰਤ ਵਿੱਚ, ਦਿਮਾਗ ਵਿੱਚ। ਅਸਲ ਵਿੱਚ ਸਾਡੇ ਸਾਰੇ ਸਤਿਗੁਰੂ ਸਾਨੂੰ ਇਹ ਦਸਮ ਦੁਆਰ ਮਤਲਬ ਇਸ ਦਿਮਾਗ ਨੂੰ ਖੋਲ੍ਹਣ ਦੀ ਗੱਲ ਕਰਕੇ ਗਏ। ਪਰ ਸਾਨੂੰ ਸਾਡੇ ਪ੍ਰਚਾਰਕਾਂ ਨੇ, ਸਾਡੇ ਪੁਜਾਰੀ ਲਾਣੇ ਨੇ ਹੋਰ ਹੀ ਕੋਈ ਦਸਮ ਦੁਆਰ ਬਣਾਤਾ, ਹੋਰ ਹੀ ਭੁਲੇਖੇ ਵਿੱਚ ਪਾਤਾ। ਨਾਮ ਸਿਮਰਨ ਕਰਦੇ ਨਾ, ਮੈਂ ਬੜਾ ਹੈਰਾਨ ਹੁੰਦਾ। ਕਦੀ ਤਾਂ ਰਾਤ ਨੂੰ ਲਾਈਟਾਂ ਬੰਦ ਕਰਕੇ ਨਾਮ ਸਿਮਰਨ ਕਰਦੇ ਆ, ਔਰ ਕਦੀ ਉਹ ਬਲਬ ਲਾਉਂਦੇ, ਚਮਚਮ ਕਰਦੇ, ਕਦੀ ਜਗਦੇ, ਕਦੀ ਬੁਝਦੇ, ਕਦੀ ਬਹੁਤ ਸਾਰੀ ਡੈਕੋਰੇਸ਼ਨ ਕਰਦੇ ਨੇ। ਮੈਨੂੰ ਬੜੀ ਹੈਰਾਨਗੀ ਹੁੰਦੀ ਹੈ, ਯਾਰ ਇਹ ਰੱਬ ਕਿੰਨੇ ਕੁ ਤਰ੍ਹਾਂ ਦਾ। ਇੱਕ ਰੱਬ ਤਾਂ ਹਨੇਰੇ ਵਿੱਚ ਮਿਲਦਾ, ਇੱਕ ਰੱਬ ਨੂੰ ਬਹੁਤ ਲਾਈਟ ਚਾਹੀਦੀ ਹੈ। ਉੱਦਾਂ ਅਸੀਂ ਕਹਿੰਦੇ ਅਸੀਂ ਏਕਮਕਾਰ ਦੇ ਪੁਜਾਰੀ ਹਾਂ। ਵੀ ਆਰ ਆਲ ਕਨਫਿਊਜ਼ਡ। ਅਸੀਂ ਕਨਫਿਊਜ਼ ਆਪ ਨਹੀਂ ਹੋਏ, ਸਾਨੂੰ ਸਾਡੇ ਧਰਮ ਦੇ ਪ੍ਰਚਾਰਕਾਂ ਨੇ ਕਨਫਿਊਜ਼ ਕਰ ਦਿੱਤਾ। ਜਿੰਨੇ ਜਥੇ, ਉਹਨਾਂ ਦੀ ਮਰਜ਼ਾਦਾ ਅਲੱਗ-ਅਲੱਗ, ਉਹਨਾਂ ਦਾ ਨਾਮ ਸਿਮਰਨ ਅਲੱਗ-ਅਲੱਗ, ਉਹਨਾਂ ਦਾ ਗਿਆਨ ਅਲੱਗ-ਅਲੱਗ। ਬਸ ਅਸੀਂ ਭਵਚਲ ਵਿੱਚ ਭਟਕ ਰਹੇ ਹਾਂ। ਸੋ
ਗੁਰੂ ਨਾਨਕ ਦਾ ਗੁਰੂ ਕੌਣ ਸੀ? ਗੁਰੂ ਨਾਨਕ ਦਾ ਗੁਰੂ ਸ਼ਬਦ ਸੀ। ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਗਿਆਨ ਸੀ। ਜੇ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਗਿਆਨ ਸੀ ਤਾਂ ਗੁਰੂ ਨਾਨਕ ਦੇ ਸਿੱਖ ਦਾ ਗੁਰੂ ਵੀ ਗਿਆਨ ਹੀ ਹੈ। ਗੱਲ ਨੂੰ ਸਮਝਣਾ। ਅਸੀਂ ਸਤਿਕਾਰ ਨਾਲ ਦਸਾਂ ਪਾਤਸ਼ਾਹੀਆਂ ਨੂੰ ਆਪਣੇ ਗੁਰੂ ਕਹਿੰਦੇ ਹਾਂ, ਪਰ ਖਿਆਲ ਕਰਨਾ ਕਦੀ ਕਿਸੇ ਗੁਰੂ ਨੇ ਦਸਾਂ ਵਿੱਚੋਂ ਇਹ ਨਹੀਂ ਕਿਹਾ ਕਿ ਮੈਂ ਗੁਰੂ ਹਾਂ। ਹੋਂ ਢਾਡੀ ਬੇਕਾਰ ਕਾਰੇ ਲਾਇਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਤਾਂ ਬੇਕਾਰ ਜਿਹਾ ਬੰਦਾ ਸੀ, ਮੈਨੂੰ ਕਾਰੇ ਲਾਇਆ ਹੋਇਆ। ਗੁਰੂ ਨੇ ਕਹਿੰਦੇ, ਕਿਸੇ ਗੁਰੂ ਨੇ ਕਿਹਾ। ਅਸੀਂ ਸਤਿਕਾਰ ਨਾਲ ਉਹਨਾਂ ਨੂੰ ਗੁਰੂ ਕਿਉਂ ਕਹਿੰਦੇ ਹਾਂ? ਕਿਉਂਕਿ ਉਹਨਾਂ ਨੇ ਸਾਨੂੰ ਗਿਆਨ ਬਖਸ਼ਿਸ਼ ਕੀਤਾ, ਉਹਨਾਂ ਨੇ ਸਾਨੂੰ ਸਿੱਧੇ ਰਾਹ 'ਤੇ ਪਾਇਆ। ਪਰ ਇੱਕ ਗੱਲ ਦ੍ਰਿੜ ਕਰਕੇ ਆਪਣੇ ਦਿਮਾਗਾਂ ਵਿੱਚ ਸਾਨੂੰ ਰੱਖਣੀ ਪੈਣੀ, ਉਹ ਇਹ ਹੈ ਕਿ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਸੀ, ਉਹੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦਾ ਸੀ, ਉਹੀ ਗੁਰੂ ਅਮਰਦਾਸ ਜੀ ਪਾਤਸ਼ਾਹ ਦਾ ਸੀ, ਉਹੀ 10ਵੇਂ ਪਾਤਸ਼ਾਹ ਤੱਕ ਸੀ, ਉਹੀ ਗੁਰੂ ਅੱਜ ਗੁਰੂ ਦੇ ਸਿੱਖਾਂ ਦਾ ਹੈ। ਜੇ ਇਹ ਗੱਲ ਸਾਡੀ ਸਮਝ ਵਿੱਚ ਆ ਗਈ ਫਿਰ ਸਾਨੂੰ ਇਸ ਸ਼ਬਦ ਦੇ ਅਰਥ ਸਮਝ ਆ ਜਾਣੇ ਹਨ। ਬਲਿਹਾਰੀ ਗੁਰ ਆਪਣੇ। ਗੁਰ ਹੁੰਦਾ ਗਿਆਨ। ਪਿੰਡਾਂ ਵਿੱਚ ਬਚਪਨ 'ਚ ਕੰਮ ਕਰਦੇ ਸੀ ਸਾਡੇ ਮਾਤਾ ਪਿਤਾ ਵੀ, ਔਰ ਖਾਸ ਕਰਕੇ ਜਿਹੜੇ ਬੱਚੇ ਟੈਕਨੀਕਲ ਕੰਮ ਕਰਦੇ ਸੀ, ਉਹ ਤਖਾਣਾ ਕੰਮ ਹੋਵੇ, ਲੋਹਾਰਾ ਕੰਮ ਹੋਵੇ, ਉਹ ਚੰਡ ਕੇ ਰੱਖਦੇ ਸੀ ਬੱਚਿਆਂ ਨੂੰ। ਉਹ ਕਹਿੰਦੇ ਹੁੰਦੇ ਸੀ, ਉਹ ਮੂਰਖਾ ਕੋਈ ਗੁਰ ਸਿੱਖ ਲਾ, ਨਹੀਂ ਜ਼ਿੰਦਗੀ ਵਿੱਚ ਭੁੱਖਾ ਮਰੇਗਾ। ਇਹ ਜਿਹੜਾ ਗੱਗੇ ਨੂੰ ਔਂਕਰ ਤੇ ਰਾਰਾ, ਇਹ ਗੁਰ ਉਹੀ ਗੁਰ ਹੈ, ਗਿਆਨ ਗੁਰ ਹੈ, ਗੁਰੂ ਨਹੀਂ ਹੈ, ਇਹ ਗੁਰ ਆ। ਗੁਰ ਮਤਲਬ ਗਿਆਨ। ਔਰ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸ਼ਬਦ ਗੁਰੂ, ਇਹ ਗਿਆਨ ਗੁਰੂ ਸੀ। ਸ਼ਬਦ ਮਤਲਬ ਗਿਆਨ ਗੁਰੂ। ਤੇ ਬਲਿਹਾਰੀ ਗੁਰ ਆਪਣੇ ਦਿਵਹਾਰੀ ਸਦਵਾਰ। ਦਿਨ ਵਿੱਚ 100 ਵਾਰੀ ਮਣਾ ਮੂੰਹੀ, 100 ਵਾਰੀ ਮੰਨ ਲਓ ਅਣਕ ਵਾਰ ਮਤਲਬ ਅਸੀਂ ਸੌਦਰ ਦੇ ਪਾਠ ਵਿੱਚ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੇ ਮਰ ਜਾਊਂ, ਆਖਣ ਔਖਾ ਸਾਚਾ ਨਾਮ। ਜਦੋਂ ਨਾਮ ਦੀ ਗੱਲ ਆਉਂਦੀ ਨਾ, ਅਸੀਂ ਵਾਹਿਗੁਰੂ ਵਾਹਿਗੁਰੂ ਸ਼ੁਰੂ ਕਰ ਦਿੰਦੇ ਹਾਂ। ਨਾ ਭਾਈ, ਗੁਰੂ ਨਾਲ ਜ਼ਿਆਦਤੀ ਨਾ ਕਰੋ, ਆਪਣੇ ਸਤਿਗੁਰਾਂ ਨਾਲ ਜ਼ਿਆਦਤੀ ਨਾ ਕਰੋ। ਨਾਮ ਦਾ ਮਤਲਬ ਗਿਆਨ ਹੈ। ਜੇ ਨਾਮ ਦਾ ਮਤਲਬ ਵਾਹਿਗੁਰੂ ਵਾਹਿਗੁਰੂ ਹੁੰਦਾ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਦੇ ਹਾਂ, ਸਹਿਜ ਪਾਠ, ਅਖੰਡ ਪਾਠ, ਕਦੀ ਧਿਆਨ ਦੇਣਾ? ਕਦੀ ਗੁਰੂ ਨਾਨਕ ਪਾਤਸ਼ਾਹ ਨੇ ਵਾਹਿਗੁਰੂ ਸ਼ਬਦ ਆਪਣੇ ਮੁਖਾਰਬਿੰਦ ਤੋਂ ਉਚਾਰਿਆ? ਗੁਰੂ ਅੰਗਦ ਨੇ, ਗੁਰੂ ਅਮਰਦਾਸ ਨੇ, ਗੁਰੂ ਰਾਮਦਾਸ ਜੀ ਨੇ, ਗੁਰੂ ਅਰਜਨ ਦੇਵ ਜੀ ਨੇ। ਇੱਥੋਂ ਤੱਕ ਜਦੋਂ ਵਾਹਿਗੁਰੂ ਸ਼ਬਦ ਸਿੱਖ ਸ਼ਬਦ ਕੋਸ਼ ਵਿੱਚ ਆ ਗਿਆ ਸੀ, ਉਦੋਂ ਵੀ ਗੁਰੂ ਤੇਗ ਬਹਾਦਰ ਨੇ ਬਾਣੀ ਉਚਾਰਨ ਕੀਤੀ। ਉਹਨਾਂ ਨੇ ਆਪਣੀ ਬਾਣੀ ਵਿੱਚ ਕਿਤੇ ਇਹ ਸ਼ਬਦ ਨਹੀਂ ਲਿਖਿਆ। ਨਾਮ ਦੇ ਲਈ ਵਾਹਿਗੁਰੂ ਸ਼ਬਦ ਗੁਰੂ ਸਾਹਿਬਾਨ ਨੇ ਭਾਈ ਕਿਤੇ ਨਹੀਂ ਲਿਖਿਆ। ਅਸੀਂ ਬਾਅਦ ਵਿੱਚ ਜੋ ਮਰਜ਼ੀ ਲਿਖ ਲਈਏ, ਸਾਡੀ ਮਰਜ਼ੀ ਹੈ, ਪਰ ਨਾਮ ਮਤਲਬ ਗਿਆਨ ਨਾਲ ਜੁੜਨਾ ਹੈ। ਇਹ ਵਿਸ਼ਾਲਤਾ ਨਾਲ ਅਸੀਂ ਇਸ ਦੀ ਵਿਚਾਰ ਕਰਾਂਗੇ। ਜਦੋਂ ਗਿਆਨਵਾਨ ਹੋ ਜਾਈਏ, ਮਾਨਸ ਦੇ ਦੇਵਤੇ ਕਿੱਦਾਂ ਬਣਦੇ ਆ? ਇੱਕ ਅਗਿਆਨੀ ਆ, ਮੈਨੂੰ ਗੱਡੀ ਚਲਾਉਣੀ ਨਹੀਂ ਆਉਂਦੀ, ਮੈਂ ਗੱਡੀ ਚਲਾਉਣੀ ਸਿੱਖ ਲਈ, ਉਹ ਗਿਆਨ ਮੈਂ ਲੈ ਲਿਆ, ਮੈਂ ਡਰਾਈਵਰ ਬਣ ਗਿਆ। ਮੈਨੂੰ ਹਵਾਈ ਜਹਾਜ਼ ਚਲਾਉਣਾ ਨਹੀਂ ਆਉਂਦਾ, ਮੈਂ ਉਹ ਗਿਆਨ ਲੈ ਲਿਆ, ਮੈਂ ਹਵਾਈ ਜਹਾਜ਼ ਚਲਾਉਣਾ ਸਿੱਖ ਲਿਆ, ਮੈਂ ਪਾਇਲਟ ਬਣ ਗਿਆ। ਮਾਨਸ ਦੇ ਦੇਵਤੇ ਐਂ ਬਣਦੇ ਆ, ਜਿਵੇਂ ਇੱਕ ਬੰਦਾ ਜਹਾਜ਼ ਸਿੱਖ ਕੇ ਪਾਇਲਟ ਬਣ ਜਾਂਦਾ, ਗੱਡੀ ਸਿੱਖ ਕੇ ਡਰਾਈਵਰ ਬਣ ਜਾਂਦਾ, ਇਵੇਂ ਜਿਹੜਾ ਕੰਮ ਸਿੱਖ ਕੇ ਉਹ ਤੁਹਾਡੀ ਪ੍ਰੋਗਰੈਸ, ਤਰੱਕੀ ਹੁੰਦੀ ਹੈ। ਬਿਨਾਂ ਗਿਆਨ ਤੋਂ ਗੱਲਾਂ ਬਹੁਤ ਨੇ, ਪਰ ਅਸੀਂ ਅੱਗੇ ਅੱਜ ਵਿਚਾਰ ਇੰਨੀ ਕਰਨੀ ਆ। ਪਹਿਲੇ ਸ਼ਲੋਕ ਦੀ ਵਿਚਾਰ, ਬਲਿਹਾਰੀ ਗੁਰ ਆਪਣੇ ਦਿਵਹਾਰੀ ਸਦਵਾਰ। ਉਹੀ ਗੱਲ, ਸਦਵਾਰ ਹਰ ਪੈਰ ਪੁੱਟਣ ਤੋਂ ਪਹਿਲਾਂ ਤੁਸੀਂ ਗਿਆਨ ਵਿੱਚ ਜਿਉਣਾ। ਸਲਿੱਪਰੀ ਹੈ ਤੇ ਸਟੈਪ ਚੱਕਣਾ ਧਿਆਨ ਨਾਲ ਰੱਖਣਾ। ਡਿੱਗਣ ਤੋਂ ਬਚਣ ਲਈ ਪਹਿਲਾਂ ਹੀ ਸੋਚ ਕੇ ਰੱਖਣਾ। ਡਿੱਗਣ ਤੋਂ ਬਾਅਦ ਨਹੀਂ ਸੋਚਣਾ, ਫਿਰ ਕੁਝ ਨਹੀਂ ਹੋ ਸਕਦਾ।
घर ही आप चलते हैं, पोचा लगा है, अगे स्लिपरी है, पता स्लिप हो जाना, ध्यान ना चलना। बस आ ज्ञान जिहड़ा अगे असीं पढ़ांगे कि ज्ञान बाहर सूरज करदा है, बाहर जिहड़ा ज्ञान है प्रकाश है सूरज करदा है, अंदर ज्ञान सोझी जिहड़ी विवेक बुद्धि हमेशा मंगदे आ, वो ज्ञान गुरु दे शब्द राहीं, गुरु दे ज्ञान राहीं आउणा है। अज दी विचार असीं इत्थे समाप्त करदे हां। आओ हुण उही बेनती जिहड़ी मैं हमेशा करिया करदा, वो बेनती ये है कि खोज है, जरूरी नहीं खोज तुहानूं पसंद आवे, जरूरी नहीं मेरी खोज 100% सही भी होवे। मेरे विचार ने जो मैनूं समझ आई, जे ये चंगे लगदे ने मेरे चैनल नूं सबसक्राइब करो, वीडियो नूं साझा करो, पसंद करो, इस घंटी का बटन भी दबा दिओ ताकि जदों मैं वीडियो बनावां वीडियो तुहाडे कोल पहुँच जाए। आओ फतेह बुलाइए। वाहिगुरू जी का खालसा, वाहिगुरू जी